Very good day, students. So, today we are starting with the one of the topics which is related to the basic concepts of the ecosystem. So, ਇਹਦੇ ਵਿੱਚ ਬੱਚਿਓ ਅਸੀਂ ecosystem ਕੀ ਹੁੰਦਾ, ecosystem ਦੇ basic concepts ਕੀ ਨੇ, ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਆਉਂਦੀਆਂ, ਉਹ ਆਪਾਂ ਸਾਰਾ ਕੁਝ ਇੱਥੇ ਪੜਾਂਗੇ। Now, ਸਭ ਤੋਂ ਪਹਿਲੀ ਚੀਜ਼ ਹੈ ਬੱਚਿਓ ਜਿਹੜੀ ਉਹ ਹੈਗੀ ਆ ਵੀ ecosystem ਜਿਹੜਾ word ਹੈ ਉਹ ਕਿੱਥੋਂ ਆਇਆ। ਜਿਹੜਾ ecosystem word ਹੈ that is composed of two things, eco and system. And ਜਿਹੜਾ word ਹੈ ਬੱਚਿਓ eco that refers to actually the ecology. So it is a system having a particular ecology at a particular place will be the ecosystem. So ਜੇ ਆਪਾਂ ecology ਦਾ word ਦਾ ਮਤਲਬ ਦੇਖੀਏ ਵੀ ecology ਦਾ ਕੀ ਮਤਲਬ ਹੈ, ਸੋ ਇਹਦੇ ਵਿੱਚ ਬੱਚਿਓ ਅੱਗੇ ਦੋ words ਨੇ। ਪਹਿਲਾ ਕੀ ਹੈ, it is oikos, and oikos ਦਾ ਮਤਲਬ ਹੁੰਦਾ ਹਾਊਸ। ਸੋ ਕਿਸੇ ਚੀਜ਼ ਦਾ ਵੀ ਕੋਈ ਘਰ ਹੋਵੇ ਉਹਦਾ ਮਤਲਬ ਹੁੰਦਾ, ਉਹਦਾ ਜਿਹੜਾ word denote ਕੀਤਾ ਜਾਂਦਾ that is oikos। ਐਂਡ ਜਿਹੜਾ ਦੂਜਾ word ਆ ਬੱਚਿਓ ਜਿਹੜਾ ਕਿ that is the logos, and logos ਜਿਹੜਾ word ਹੈ that pertains to the study of। ਸੋ ਇਹਦਾ ਮਤਲਬ ਹੁੰਦਾ ਸਟੱਡੀ, ਜਾਂ ਆਪਾਂ ਲਾ ਸਕਦੇ ਹਾਂ ਓਲੋਜੀ, ਠੀਕ ਹੈ। ਸੋ ਕਿਸੇ ਦੇ ਘਰ ਦੀ ਸਟੱਡੀ ਕਰਨੀ ਜਿੱਥੇ ਉਹ ਬੰਦਾ ਰਹਿੰਦਾ ਜਾਂ ਉਹ ਐਨੀਮਲ ਰਹਿ ਰਿਹਾ, ਜੇ ਆਪਾਂ ਉਹਦੀ ਸਟੱਡੀ ਕਰਦੇ ਹਾਂ that is pertaining to the ecology। ਸੋ ਇਹ ਜਿਹੜੀ ਸਾਇੰਸ ਹੈ ਜਾਂ ਇਹ ਜਿਹੜਾ ਪਾਰਟ ਆਫ ਦਾ ਸਾਇੰਸ ਹੈ, it deals with the like adaptations, it deals with the biotic factors, it deals with the abiotic factors ਜਿਹੜੇ ਕਿ ਉਸ ਥਾਂ ਦੇ ਉੱਤੇ ਪਏ ਨੇ ਜਿੱਥੇ ਐਨੀਮਲ ਦਾ ਘਰ ਹੈ। ਸੋ ਜਿਹੜਾ ਵਰਡ ਆ ਬੱਚਿਓ ਈਕੋਸਿਸਟਮ, ਇਹ ਕੀ ਚੀਜ਼ ਆ, ਤਾਂ ਅਸੀਂ ਕਿ ਈਕੋਸਿਸਟਮ ਕੀ ਹੈ ਨਾ। ਈਕੋਸਿਸਟਮ ਦੇ ਵਿੱਚ ਬੱਚਿਓ ਦੋ ਵਰਡਸ ਨੇ, one is eco and other is system। ਈਕੋ ਦਾ ਮਤਲਬ ਹੈਗਾ ਇਨਵਾਇਰਮੈਂਟ। ਸੋ ਇਨਵਾਇਰਮੈਂਟ ਦੇ ਵਿੱਚ ਬੱਚਿਓ ਬੜਾ ਕੁਛ ਆ ਜਾਏਗਾ। ਇਨਵਾਇਰਮੈਂਟ ਦੇ ਵਿੱਚ ਉੱਥੇ ਦੇ ਐਨੀਮਲਸ ਆ ਜਾਣਗੇ, ਉੱਥੇ ਦਾ ਲਾਈਕ ਟੈਂਪਰੇਚਰ ਆ ਜਾਏਗਾ, ਉੱਥੇ ਲਾਈਟ ਕਿੰਨੀ ਹੈ ਉਹ ਆ ਜਾਏਗੀ, ਸੋਇਲ ਕਿੱਦਾਂ ਦੀ ਹੈ ਉਹ ਆ ਜਾਏਗੀ, ਉੱਥੇ ਰੇਨਫਾਲ ਕਿੰਨੀ ਹੁੰਦੀ ਹੈ ਉਹ ਵੀ ਆ ਜਾਏਗੀ। ਸੋ ਉੱਥੇ ਪਲਾਂਟਸ ਕਿਹੜੇ ਟਾਈਪ ਦੇ ਆ, ਕਿੰਨੇ ਪਲਾਂਟਸ ਆ, ਵੈਜੀਟੇਸ਼ਨ ਕਿੰਨੀ ਜ਼ਿਆਦਾ, ਇਹ ਸਾਰੀਆਂ ਚੀਜ਼ਾਂ ਇਨਵਾਇਰਮੈਂਟ ਦੇ ਵਿੱਚ ਆ ਜਾਂਦੀਆਂ। ਐਂਡ ਜਿਹੜਾ ਸਿਸਟਮ ਹੈ ਵਰਲਡ, ਦੂਜਾ ਜਿਹੜਾ ਵਰਡ ਹੈ ਇਹਦਾ ਸਿਸਟਮ ਬੱਚਿਓ ਰੈਫਰ ਕਰਦਾ ਇੱਕ ਕੰਪਲੈਕਸ ਇੰਟਰ ਰਿਲੇਸ਼ਨਸ਼ਿਪਸ ਨੂੰ। ਸੋ ਜਿੱਥੇ ਬੜੇ ਸਾਰੇ ਐਨੀਮਲ ਇਕੱਠੇ ਰਹਿੰਦੇ ਆ, ਬੜੇ ਸਾਰੇ ਪਲਾਂਟਸ ਇਕੱਠੇ ਰਹਿੰਦੇ ਨੇ ਇੱਕ ਏਰੀਆ ਦੇ ਵਿੱਚ। ਸੋ ਇੱਕ ਖਾਸ ਟੈਂਪਰੇਚਰ ਕਲਾਈਮੇਟ ਨੂੰ ਸਹਿੰਦੇ ਹੋਏ ਬਹੁਤ ਸਾਰੇ ਐਨੀਮਲਸ ਜਦੋਂ ਇਕੱਠੇ ਰਹਿਣ, ਬਹੁਤ ਸਾਰੇ ਪਲਾਂਟਸ ਦੇ ਵਿਚਕਾਰ ਖਾਸ ਟਾਈਪ ਦੇ ਪਲਾਂਟਸ, ਸੋ ਉਹਨੂੰ ਆਪਾਂ ਕਹਾਂਗੇ ਸਿਸਟਮ। ਸੋ ਇਹਦਾ ਮਤਲਬ ਹੈ ਜਿਹੜਾ ਸਿਸਟਮ ਹੈ ਉਹਦੇ ਵਿੱਚ ਇੰਟਰੈਕਟਿੰਗ ਐਨੀਮਲਸ ਐਂਡ ਪਲਾਂਟਸ ਆਉਣਗੇ। ਸੋ ਜਿਹੜੀਆਂ ਇੰਟਰੈਕਸ਼ਨਸ ਨੇ ਉਹ ਤੁਹਾਨੂੰ ਆਪਾਂ ਉਹ ਪੜ੍ਹ ਚੁੱਕੇ ਹਾਂ, ਆਪਾਂ ਉਹ ਮੈਂ ਤੁਹਾਨੂੰ ਦੱਸ ਵੀ ਚੁੱਕਿਆ। ਸੋ ਜਿਹੜੀਆਂ ਇੰਟਰੈਕਸ਼ਨਸ ਆਫ ਐਨੀਮਲਸ ਐਂਡ ਪਲਾਂਟਸ ਨੇ ਇਹ ਆਪਾਂ ਪੜ੍ਹ ਲਈਆਂ ਹੋਈਆਂ, ਚਾਹੇ ਉਹ ਇੰਟਰਾ ਸਪੈਸੀਫਿਕ ਨੇ ਚਾਹੇ ਇੰਟਰ ਸਪੈਸੀਫਿਕ ਨੇ। ਇਹਦਾ ਮਤਲਬ ਈਕੋਸਿਸਟਮ ਦੇ ਵਿੱਚ ਸਾਰਾ ਕੁਛ ਹੀ ਆ ਜਾਏਗਾ। ਇਹਦੇ ਵਿੱਚ ਲਿਵਿੰਗ ਚੀਜ਼ਾਂ ਵੀ ਆਉਣਗੀਆਂ ਜਿਹਦੇ 'ਚ ਐਨੀਮਲ ਅਤੇ ਪਲਾਂਟਸ ਨੇ, ਇਹਦੇ ਵਿੱਚ ਨੋਨ ਲਿਵਿੰਗ ਚੀਜ਼ਾਂ ਵੀ ਆਉਣਗੀਆਂ ਜਿੱਦਾਂ ਕਿ ਵਾਟਰ, ਏਅਰ, ਸੋਇਲ ਜਾਂ ਪ੍ਰੈਸ਼ਰ, ਲਾਈਟ, ਠੀਕ ਹੈ। ਇਹ ਸਾਰੀਆਂ ਚੀਜ਼ਾਂ ਦੀ ਇੰਟਰੈਕਸ਼ਨ ਨੂੰ ਆਪਾਂ ਈਕੋਸਿਸਟਮ ਕਹਿੰਦੇ ਹਾਂ। ਓਕੇ ਨਾ, ਹੁਣ ਬੱਚਿਓ ਗੱਲ ਆਉਂਦੀ ਹੈ ਕਿ ਈਕੋਸਿਸਟਮ ਦੀ ਸਟਰਕਚਰ ਕੀ ਹੈ। ਸੋ ਵੈਨ ਵੀ ਟਾਕ ਅਬਾਊਟ ਦੀ ਸਟਰਕਚਰ ਆਫ ਐਨ ਈਕੋਸਿਸਟਮ, ਇਹਦੇ ਵਿੱਚ ਬੱਚਿਓ ਦੋ ਮੇਜਰ ਚੀਜ਼ਾਂ ਆਉਂਦੀਆਂ। ਨੰਬਰ 1, ਸੋ ਫਸਟ ਚੀਜ਼ ਹੈ ਜਿਹੜੀ ਉਹ ਹੈਗੀ ਆ ਬੱਚਿਓ ਏਬਾਇਓਟਿਕ ਫੈਕਟਰਸ, ਐਂਡ ਜਿਹੜੀ ਦੂਜੀ ਚੀਜ਼ ਆਉਂਦੀ ਹੈ ਇਹਦੇ ਵਿੱਚ ਉਹ ਹੈਗੀ ਆ ਬੱਚਿਓ ਬਾਇਓਟਿਕ ਫੈਕਟਰਸ। ਸੋ ਏਬਾਇਓਟਿਕ ਤੇ ਬਾਇਓਟਿਕ ਦਾ ਜੋ ਮੇਨ
concept ਆ ਉਹ ਕੀ ਹੈ ਕਿ ਆਪਾਂ ਇਹ ਲੈਂਦੇ ਆ ਕਿ ਜਿਹੜੇ ਲਿਵਿੰਗ ਚੀਜ਼ਾਂ ਨੇ that come under biotic. So these are the living beings. Either they can be animals or they can be plants. So ਜੇ abiotic ਚੀਜ਼ਾਂ ਲੈ ਕੇ ਚੱਲੀਏ, abiotic ਦੇ ਵਿੱਚ ਬੱਚਿਓ ਆ ਜਾਣਗੀਆਂ ਨੌਨ ਲਿਵਿੰਗ ਚੀਜ਼ਾਂ ਸਾਰੀਆਂ ਹੀ, ਜਿਹਦੇ ਵਿੱਚ ਵਾਟਰ, ਏਅਰ, ਸੋਇਲ ਸਾਰਾ ਕੁਝ ਆ ਜਾਏਗਾ। ਓਕੇ, ਸੋ ਬਾਇਓਟਿਕ ਦੇ ਵਿੱਚ ਬੱਚਿਓ, if I take the biotic things into account, ਇਹਦੇ ਵਿੱਚ ਹੁਣ ਅੱਗੇ ਬੱਚਿਓ ਕਾਫੀ ਕੈਟਾਗਰੀਜ਼ ਆ। So I'm just coming under the biotic. So we can have two types of animals, or you can say organisms. ਉਹ ਕਿਹੜੇ ਆ? ਪਹਿਲੇ ਟਾਈਪ ਦੇ under biotic we have autotrophs, and then we have the heterotrophs. So autotrophs ਬੱਚਿਓ ਹੁੰਦੇ ਨੇ ਜਿਹੜੇ ਆਪਣਾ ਫੂਡ ਆਪ ਬਣਾ ਸਕਦੇ ਆ, ਐਂਡ ਜਿਹੜੇ heterotrophs ਨੇ ਉਹ autotrophs ਦੇ ਉੱਤੇ ਡਿਪੈਂਡੈਂਟ ਹੁੰਦੇ ਨੇ। ਇਹ ਆਪਣਾ ਫੂਡ ਨਹੀਂ ਬਣਾ ਸਕਦੇ, ਪਰ ਇਹ autotrophs ਨੂੰ ਖਾ ਕੇ ਜ਼ਿੰਦਾ ਰਹਿੰਦੇ ਆ। ਸੋ ਜੇ ਇੱਥੇ ਆਪਾਂ autotrophs ਦੀ ਗੱਲ ਕਰੀਏ, ਦੈਨ autotrophs ਦੇ ਵਿੱਚ ਜਿਹੜੇ organisms ਆਉਣਗੇ ਉਹ ਹੋਣਗੇ producers. So they are called as producers, ਜਿੱਦਾਂ grasses, plants, ਇਹ ਆਪਣਾ ਫੂਡ ਆਪ ਪ੍ਰੋਡਿਊਸ ਕਰਦੇ ਆ ਫੋਟੋਸਿੰਥੇਸਿਸ ਦੇ ਨਾਲ, ਠੀਕ ਹੈ। ਸੋ ਥੀਸ ਆਰ ਕਾਲਡ ਐਜ਼ ਪ੍ਰੋਡਿਊਸਰਸ। ਜਿੱਥੇ ਗੱਲ ਆਉਂਦੀ ਹੈ ਹੈਟੀਰੋਟ੍ਰੋਫਸ ਦੀ, ਦੇ ਆਰ ਬੇਸਿਕਲੀ ਕਾਲਡ ਐਜ਼ ਦੀ ਕੰਜ਼ਿਊਮਰਸ। ਸੋ ਕੰਜ਼ਿਊਮਰਸ ਕੀ ਹੁੰਦੇ ਨੇ? ਜਿਹੜੇ ਪ੍ਰੋਡਿਊਸਰਸ ਨੂੰ ਖਾ ਕੇ ਜ਼ਿੰਦਾ ਰਹਿੰਦੇ ਆ, ਠੀਕ ਹੈ। ਜਿੱਦਾਂ ਹਰਬੀਵੋਰਸ, ਸੋ ਬੂਟਿਆਂ ਨੂੰ ਕੌਣ ਖਾਏਗਾ? ਹਰਬੀਵੋਰ, ਕਾਓ, ਬਫਲੋ, ਗੋਟ, ਸ਼ੀਪ। ਐਂਡ ਘਾਹ ਨੂੰ ਕੌਣ ਖਾਏਗਾ? ਸੇਮ ਹਰਬੀਵੋਰਸ। ਇਹਦਾ ਮਤਲਬ ਹੈ ਜਿਹੜੇ ਕੰਜ਼ਿਊਮਰ ਨੇ ਇਹਨਾਂ ਦੇ ਵਿੱਚ ਹਰਬੀਵੋਰਸ ਤੇ ਕਾਰਨੀਵੋਰਸ ਆ ਸਕਦੇ ਆ। ਓਕੇ, ਇਫ ਆਈ ਗੋ ਫਰਦਰ, ਲਾਈਕ ਕੰਜ਼ਿਊਮਰਸ ਦੇ ਵਿੱਚ ਬੱਚਿਓ ਵੀ ਕੈਨ ਹੈਵ ਮਾਈਕਰੋ ਕੰਜ਼ਿਊਮਰਸ ਐਂਡ ਮੈਕਰੋ ਕੰਜ਼ਿਊਮਰਸ। ਸੋ ਇਹ ਇੱਕ ਥੋੜ੍ਹੀ ਜਿਹੀ ਡਿਮਾਰਕੇਸ਼ਨ ਹੈਗੀ ਆ ਦੋਵਾਂ ਦੇ ਵਿਚਕਾਰ। This is micro and macro. So micro macro ਦਾ ਕੀ concept ਹੈ ਕਿ ਮਾਈਕਰੋ ਕੰਜ਼ਿਊਮਰਸ ਕੀ ਨੇ? ਜਿਹੜੇ ਕਿ ਬਹੁਤ ਛੋਟੇ ਨੇ, ਜਿੱਦਾਂ ਬੈਕਟੀਰੀਆ, ਫੰਜਾਈ, ਵਾਇਰਸਿਸ, these are all the micro consumers. now ਜਿਹੜੇ ਮੈਕਰੋ ਕੰਜ਼ਿਊਮਰਸ ਨੇ ਇਹ ਬੱਚਿਓ ਫਰਦਰ ਅੱਗੇ ਡਿਵਾਈਡ ਕੀਤੇ ਗਏ ਨੇ। ਜਿੱਦਾਂ ਮੈਕਰੋ ਦੇ ਅੰਦਰ ਵੀ ਹੈਵ the primary consumers, secondary consumers, tertiary consumers and quaternary consumers, ਠੀਕ ਹੈ। ਸੋ ਪ੍ਰਾਇਮਰੀ ਕੰਜ਼ਿਊਮਰ ਕੌਣ ਹੁੰਦੇ ਨੇ ਇਹ ਆਪਾਂ ਅੱਗੇ ਪੜਾਂਗੇ, ਐਂਡ ਸੈਕੰਡਰੀ, ਟਰਸ਼ਰੀ, ਕੁਆਟਰਨਰੀ ਕੰਜ਼ਿਊਮਰਸ ਕੀ ਹੁੰਦੇ ਨੇ ਇਹਨਾਂ ਬਾਰੇ ਵੀ ਗੱਲ ਆਪਾਂ ਕਰਾਂਗੇ। ਓਕੇ ਬੱਚਿਓ, ਸੋ ਇਫ ਆਈ ਸਟਾਰਟ ਵਿਦ ਦੀ ਆਟੋਟ੍ਰੋਫਸ ਫਸਟ ਆਫ ਆਲ, ਫਿਰ ਆਟੋਟ੍ਰੋਫਿਕ ਪਲਾਂਟਸ ਹੋ ਸਕਦੇ ਨੇ। ਇਹਦੇ ਵਿੱਚ ਬੱਚਿਓ ਫੋਟੋਸਿੰਥੈਟਿਕ ਬੈਕਟੀਰੀਆ ਵੀ ਆ ਸਕਦੇ ਨੇ, ਠੀਕ ਹੈ, ਜਿਹੜੇ ਆਪਣਾ ਫੂਡ ਆਪ ਬਣਾਉਂਦੇ ਆ। ਜਿੱਦਾਂ ਯੂ ਹੈਵ ਦੀ ਗ੍ਰੀਨ ਬੈਕਟੀਰੀਆ, ਯੂ ਕੈਨ ਹੈਵ ਪਰਪਲ ਬੈਕਟੀਰੀਆ, ਯੂ ਕੈਨ ਹੈਵ ਸਾਈਨੋ ਬੈਕਟੀਰੀਆ, ਜਿਹਨੂੰ ਆਪਾਂ BGA ਕਹਿੰਦੇ ਆ, ਬਲੂ ਗ੍ਰੀਨ ਐਲਗੀ। ਸੋ ਇਹ ਸਾਰੀਆਂ ਚੀਜ਼ਾਂ ਦੇ ਕੈਨ ਪ੍ਰੋਡਿਊਸ ਦੇਅਰ ਓਨ ਫੂਡ, ਲਾਈਕ ਬਾਈ ਸਿੰਪਲੀ ਦੇ ਰਿਕੁਆਇਰ ਕਾਰਬਨ ਡਾਈਆਕਸਾਈਡ ਐਂਡ ਵਾਟਰ। ਸੋ ਉਹਦੇ ਨਾਲ ਹੀ ਆਪਣਾ ਫੂਡ ਬਣਾ ਲੈਂਦੇ ਆ। ਪ੍ਰੋਸੈਸ ਹੈਗੀ ਆ ਫੋਟੋਸਿੰਥੇਸਿਸ। ਸੋ ਦੈਟਸ ਵਾਈ ਦੇ ਆਰ ਕਾਲਡ ਐਜ਼ ਪ੍ਰੋਡਿਊਸਰਸ। ਪ੍ਰੋਡਿਊਸ ਕਰਦੇ ਆ ਇਹ ਫੂਡ, ਠੀਕ ਹੈ। ਇਹ એનર્ਜੀ ਕਿੱਥੋਂ ਲੈਂਦੇ ਨੇ? ਆਪਾਂ ਇੱਕ ਚੀਜ਼ ਪੜ੍ਹੀ ਹੋਈ ਹੈ ਕਿ ਸਾਰੀ ਅਰਥ ਦੇ ਉੱਪਰ એનર્ਜੀ ਤੁਸੀਂ ਬਣਾ ਨਹੀਂ ਸਕਦੇ। ਯੂ ਕੈਨੋਟ ਪ੍ਰੋਡਿਊਸ ਦੀ એનર્ਜੀ, ਯੂ ਕੈਨ ਓਨਲੀ ਕਨਵਰਟ ਵਨ ਫਾਰਮ ਆਫ એનર્ਜੀ ਇਨਟੂ ਦੀ ਅਦਰ। ਸੋ ਬੱਚਿਓ, ਜੇ if I go with the autotrophs, ultimately ਇਹ એનર્ਜੀ ਕਿੱਥੋਂ ਲੈਂਦੇ ਨੇ? they are taking the energy of the sunlight. so sun ਤੋਂ ਜਿਹੜੀ ਹੀਟ એનર્ਜੀ ਆਉਂਦੀ ਹੈ, ਲਾਈਟ એનર્ਜੀ ਆਉਂਦੀ ਹੈ, ਉਹਨੂੰ ਯੂਜ਼ ਕਰਕੇ ਇਹ ਥਰੂ ਫੋਟੋਸਿੰਥੇਸਿਸ
ये एनर्जी प्रोड्यूस करते हैं। एंड एनर्जी किस फॉर्म च प्रोड्यूस करते हैं? इट इज़ दी ग्लूकोज। तो ये ग्लूकोज बना लेंगे हैं। एंड इन्हां दी रिक्वायरमेंट की है? इट इज़ ओनली CO2 एंड वाटर। बस ये यूज़ करके दे कैन फॉर्म ग्लूकोज। सो एनर्जी इन्हां नूं कित्थों मिली? इट इज़ ऑफ दी सनलाइट। ਇਹਦਾ मतलब इन्होंने उन्होंने कन्वर्ट करता है इनटू ग्लूकोज। सो दैट्स वाई दे आर कॉल्ड एज प्रोड्यूसर्स। ओके, इनू बच्चिओ ਆਪਾਂ थोड़ा ਜਿਹਾ होर जे टैक्नीकल ਇਹਦੇ ਲਈ वर्ड यूज़ करिए, क्योंकि इन्होंने सनलाइट नू यूज़ करके ग्लूकोज बनाता है। सो ऑटोट्रॉफ्स ਲਈ एक होर वर्ड बच्चिओ यूज़ किया जाता है ਜਿਹਨੂੰ कहते हैं ट्रांसड्यूसर्स। So they are called as transducers. So कई साइंटिस्ट इनू कन्वर्टर मानते हैं, कई इनू लाइक ऑटोट्रॉफ्स कहते हैं, कई इन्हों ट्रांसड्यूसर्स कहते हैं, क्योंकि इन्होंने ट्रांसड्यूस की है सनलाइट इनटू द ग्लूकोज, उन्होंने कन्वर्ट करते हैं एनर्जी की फॉर्म में। सो बच्चों बहुत सारिया हर्ब्स, बड़े सारे शरब्स, लार्ज ट्रीज, प्लांट्स, बैक्टीरिया, फाइटोप्लैंक्टन्स, ये सारे ऑटोट्रॉप्स ने, ये अपनी एनर्जी आप बनाते हैं। सो मैनू लगता है कि तुहानू समझ आ गई है। नाउ जे आप दूजी गल करिए बच्चिओ, जो सैकेंड टाइप के एनीमल्स ने, सो दीज आर दी हेटीरोट्रॉप्स। और जो हेटीरोट्रॉप्स ने बच्चिओ, ये बेसिकली दे आर नोन एज दी कंज्यूमर्स। क्यों? क्योंकि ये ऑटोट्रॉप्स नू खा के जींदे आ। सो हटीरो का मतलब ही हुंदा अदर, ठीक है। सो ट्रोफोस का मतलब हुंदा फीड करना। सो दूजियां दे उत्ते फीड करके ये खांदे आ। सो दे कैन बी लाइक सब तो पहला जे इहदी कैटागरी लईए आपां मैक्रो कंज्यूमर्स। मैक्रो मतलब वड्डे, सो ये वड्डे साइज़ के कंज्यूमर ने। सो मैक्रो दे विच बच्चों सारे ही एनीमल्स आ जाणगे। इन्हों फेगोट्रॉप्स भी कहते हैं। फेगो मतलब सॉलिड फूड खाण वाले एनीमल्स, ठीक है। सो मैक्रो कंज्यूमर्स के अंदर वी हैव मैनी कैटागरीज, जिदा कि आप पहला पढ़िया सी। आई एम टेकिंग द वेरी फर्स्ट कैटागरी प्राइमरी कंज्यूमर्स। ना जो प्राइमरी कंज्यूमर ने बच्चिओ, ये कौन होंगे ने? दीज आर हर्बीवोर्स, जिहड़े कि प्लांट्स नू खाणगे, ठीक है। सो जिन्ने भी हर्बीवोर्स तुसीं गिण सकते हो, जिदा वी कैन हैव रैबिट, वी कैन हैव गोट, एनी कैटल, डियर, ईवन ग्रास हॉपर्स, दे आर ऑल हर्बीवोर्स एंड दे आर ऑल प्राइमरी carnivores, or not carnivores, consumers. So these are all primary consumers. Now if I go to the second part, so these are the secondary consumers. Secondary consumer कौन होंगे ने? जिहड़े प्राइमरी कंज्यूमर नू खा लेंदे आ, ठीक है। सो एक प्राइमरी कंज्यूमर आप लईए जिदा ग्रास हॉपर। ग्रास हॉपर की खाएगा? घाह नू, ग्रास नू ग्रास हॉपर ने खाधा, तो ग्रास हॉपर नू कौन खा गया? फ्रॉग, सपोज। सो इत्थे सैकेंडरी कंज्यूमर कौन है? फ्रॉग। सो सैकेंडरी कंज्यूमर्स खांदे ने प्राइमरी कंज्यूमर्स नू, हर्बीवोर्स नू। सो ये एग्जाम्पल्स आ सकती बच्चों, जिदा फ्रॉग हो गया, इट कैन बी फॉक्स, इट कैन बी बर्ड्स, इट कैन बी फिशेज, कैट्स, स्नैक्स, एनीथिंग। सो यू कैन हैव मैनी एग्जाम्पल्स अंडर सैकेंडरी कंज्यूमर्स। तीजे बच्चे आते हैं जिहड़े, दीज आर कॉल्ड एज दी टर्शरी कंज्यूमर्स। सो जिहड़े टर्शरी कंज्यूमर है वो एक लैवल हायर ने, ये उन्हां तो भी उपर ने, ये थर्ड ऑर्डर के एनीमल्स ने, ठीक है। सो बच्चे इन्हां दे विच आ जांदे ने जिद्दां वुल्व्स आ गए, ठीक है, फॉक्सिस आ गई, फिर इत्थे कई बीटल आ गए। जे आपां छोटे छोटे लैवल ते, छोटे लैवल ते गल करिए, फिर बीटल्स आ गए। सो इन्हां तो बाद बच्चों जिहड़े अगली कैटागरी है जिहड़ी, दैट इज़ दी क्वार्टरनरी कंज्यूमर्स। सो क्वार्टरनरी जिहड़े कंज्यूमर ने बच्चों, ये सब तो टॉप लैवल के फोर्थ ऑर्डर के एनीमल ने, जिन्हां दे विच लायन ते टाइगर,
ਹੋ ਸਕਦੇ ਆ, ਠੀਕ ਹੈ, ਜਿਨ੍ਹਾਂ ਨੂੰ ਆਪਾਂ ਟੌਪ ਕਾਰਨੀਵੋਰਸ ਵੀ ਕਹਿੰਦੇ ਆ। ਸੋ ਦੇ ਆਰ ਕਾਲਡ ਐਜ਼ ਦੀ ਟੌਪ ਕਾਰਨੀਵੋਰਸ। ਸੋ ਇਹਦਾ ਮਤਲਬ ਹੈ ਇਹਨਾਂ ਨੂੰ ਕੋਈ ਨਹੀਂ ਅੱਗੇ ਖਾਏਗਾ, ਇਹ ਟੌਪ ਤੇ ਨੇ, ਦੇ ਆਰ ਔਨ ਦੀ 4th ਆਰਡਰ ਕੁਆਟਰਨਰੀ ਕੰਜ਼ਿਊਮਰ ਨੇ ਇਹ। ਸੋ ਸਭ ਤੋਂ ਪਹਿਲਾਂ ਸਾਡੇ ਕੋਲ ਸੀਗਾ ਬੱਚਿਓ ਆਟੋਟ੍ਰੋਫਸ, ਉਸ ਤੋਂ ਬਾਅਦ ਆਏ ਪ੍ਰਾਇਮਰੀ ਕੰਜ਼ਿਊਮਰਸ, ਠੀਕ ਹੈ, ਹੈਟਰੋਟ੍ਰੋਫਸ ਦੇ ਵਿੱਚ। ਫਿਰ ਆਏ ਤੀਜੇ ਲੈਵਲ ਤੇ ਸੈਕੰਡਰੀ ਕੰਜ਼ਿਊਮਰ, ਫਿਰ ਟਰਸ਼ਰੀ ਕੰਜ਼ਿਊਮਰ, ਫਿਰ ਕੁਆਟਰਨਰੀ ਕੰਜ਼ਿਊਮਰਸ। ਸੋ ਇੱਦਾਂ ਜੇ ਆਪਾਂ ਇੱਕ ਫੂਡ ਚੇਨ ਬਣਾ ਲਈਏ ਤਾਂ ਇੱਦਾਂ ਦੀਆਂ ਫੂਡ ਚੇਨਸ ਬਹੁਤ ਸਾਰੀਆਂ ਪਈਆਂ ਨੇ ਈਕੋਸਿਸਟਮ ਦੇ ਵਿੱਚ, ਜਿਹੜੀਆਂ ਕਿ ਸ਼ੁਰੂ ਹੁੰਦੀਆਂ ਨੇ ਆਟੋਟ੍ਰੋਫਸ ਤੋਂ, ਲਾਈਕ ਵੀ ਸਟਾਰਟ ਵਿਦ ਅ ਗ੍ਰਾਸ। ਫਿਰ ਉਹਨੂੰ ਕਿਹਨੇ ਖਾਧਾ, ਇੱਕ ਗ੍ਰਾਸ ਹੌਪਰ ਨੇ, ਗ੍ਰਾਸ ਹੌਪਰ ਨੂੰ ਕਿਹਨੇ ਖਾਧਾ, ਫਰੋਗ ਨੇ, ਫਰੋਗ ਨੂੰ ਕਿਹਨੇ ਖਾਧਾ, ਸਨੇਕ ਨੇ, ਸਨੇਕ ਨੂੰ ਕਿਹਨੇ ਖਾਧਾ, ਇੱਕ ਸਪੋਜ਼ ਕਿਸੇ ਰਿਪਟਾਈਲ ਨੇ ਖਾ ਲਿਆ। ਸੋ ਦੈਟ ਵਿਲ ਬੀ ਦੀ ਕੁਆਟਰਨਰੀ ਕੰਜ਼ਿਊਮਰ ਐਟ ਦੈਟ ਲੈਵਲ। ਸੋ ਕਈ ਵਾਰੀ ਜਿਹੜੇ ਲਾਇਨ ਤੇ ਟਾਈਗਰ ਨੇ ਇਹ ਬੱਚਿਓ 3rd ਕੈਟਾਗਰੀ 'ਚ ਹੀ ਆ ਜਾਣਗੇ, ਠੀਕ ਹੈ। ਜੇ ਫੂਡ ਚੇਨ ਛੋਟੀ ਹੋਏਗੀ ਫਿਰ ਲਾਇਨ ਤੇ ਟਾਈਗਰ ਜਲਦੀ ਆ ਜਾਣਗੇ। ਸੋ ਇਹ ਜ਼ਰੂਰੀ ਨਹੀਂ ਹੁੰਦਾ ਕਿ ਇਹ ਚਾਰੇ ਸਟੇਜਿਸ ਆਉਣ ਹੀ ਆਉਣ। ਸੋ ਕਈ ਵਾਰੀ 3 ਸਟੇਜਿਸ 'ਤੇ ਹੀ ਫੂਡ ਚੇਨ ਖਤਮ ਹੋ ਜਾਂਦੀ ਹੈ। ਸੋ ਉਹ ਡਿਪੈਂਡਸ ਕਿ ਫੂਡ ਚੇਨ ਕਿੱਦਾਂ ਦੀ ਹੈ। ਓਕੇ ਬੱਚਿਓ, ਸੋ ਇਸ ਤੋਂ ਬਾਅਦ ਆਉਂਦੇ ਨੇ ਜਿਹੜੀ ਫਸਟ ਕੈਟਾਗਰੀ ਬੱਚਿਓ ਆਪਾਂ ਲਈ ਸੀ, ਦੈਟ ਵਾਜ਼ ਦੀ ਮੈਕਰੋ ਕੰਜ਼ਿਊਮਰਸ। ਸੋ ਮੈਕਰੋ ਤੋਂ ਬਾਅਦ ਜਿਹੜੀ ਸੈਕੰਡ ਟਾਈਪ ਆਉਂਦੀ ਆ, ਦੈਟ ਇਜ਼ ਦੀ ਮਾਈਕਰੋ ਕੰਜ਼ਿਊਮਰਸ। ਸੋ ਜਿਹੜੇ ਮਾਈਕਰੋ ਕੰਜ਼ਿਊਮਰ ਨੇ ਬੱਚਿਓ ਉਹ ਹੈਗੇ ਨੇ ਛੋਟੇ ਛੋਟੇ ਕੰਜ਼ਿਊਮਰਸ, ਬਹੁਤ ਛੋਟੇ। ਸੋ ਇਹਨਾਂ ਦੇ ਵਿੱਚ ਬੈਕਟੀਰੀਆ ਹੋ ਸਕਦੇ ਨੇ, ਫੰਜਾਈ ਆ ਸਕਦੀ ਹੈ, ਠੀਕ ਹੈ, ਐਂਡ ਇਹਦੇ 'ਚ ਮੋਲਡਸ ਆ ਸਕਦੀਆਂ, ਮਸ਼ਰੂਮਸ ਹੋ ਗਏ, ਠੀਕ ਹੈ, ਇਹ ਵੀ ਇਹਦੇ ਵਿੱਚ ਹੀ ਆਉਣੇ ਆ। ਐਂਡ ਦੇ ਆਰ ਕਾਲਡ ਐਜ਼ ਡੀਕੰਪੋਜ਼ਰਸ। ਦਿਸ ਇਜ਼ ਅ ਵੈਰੀ ਵੈਰੀ ਇੰਪੋਰਟੈਂਟ ਕੌਨਸੈਪਟ। ਐਂਡ ਡੀਕੰਪੋਜ਼ਰ ਦੇ ਉੱਤੇ ਤੁਹਾਨੂੰ ਬੜੀ ਵਾਰ ਕੁਐਸਚਨ ਆਉਂਦਾ ਕਿ ਡੀਕੰਪੋਜ਼ਰ ਕੀ ਹੁੰਦੇ ਨੇ। ਐਂਡ ਇਹਨਾਂ ਨੂੰ ਸੈਪਰੋਫਾਈਟਸ ਵੀ ਕਹਿੰਦੇ ਨੇ, ਸੈਪਰੋਫਾਈਟਸ। ਸੋ ਸੈਪਰੋਸ ਦਾ ਕੀ ਮਤਲਬ ਹੁੰਦਾ, ਸੈਪਰੋ ਵਰਡ ਦਾ ਮਤਲਬ ਹੈ ਰੋਟਨ, ਠੀਕ ਹੈ, ਗਲਿਆ ਸੜਿਆ। ਫਾਈਟ ਹੁੰਦੇ ਨੇ ਖਾਣ ਵਾਲੇ। ਸੋ ਜਿਹੜਾ ਡੈਡ ਆਰਗੈਨਿਕ ਮੈਟਰ ਹੈਗਾ ਉਹਨੂੰ ਖਾਣ ਵਾਲੇ ਸੈਪਰੋਫਾਈਟਸ ਹੁੰਦੇ ਨੇ। ਡੀਕੰਪੋਜ਼ਰ ਵੀ ਸੇਮ ਹੀ ਨੇ, ਜਿਹੜੇ ਮਰੇ ਹੋਏ ਐਨੀਮਲ ਨੂੰ ਡੀਕੰਪੋਜ਼ ਕਰਦੇ ਨੇ, ਠੀਕ ਹੈ। ਸੋ ਇਹ ਜਿਹੜੇ ਮਾਈਕਰੋ ਕੰਜ਼ਿਊਮਰ ਨੇ ਇਹ ਬ੍ਰੇਕ ਡਾਊਨ ਕਰਦੇ ਨੇ ਕੰਪਲੈਕਸ ਆਰਗੈਨਿਕ ਕੰਪਾਊਂਡਸ ਦੀ। ਜਦੋਂ ਇੱਕ ਐਨੀਮਲ ਡੈਡ ਹੋ ਜਾਂਦਾ, ਸੋ ਸਪੋਜ਼ ਇੱਕ ਐਨੀਮਲ ਸੀਗਾ, ਉਹਦੀ ਡੈਥ ਹੋ ਗਈ ਹੈ, ਹੁਣ ਉਹਦੇ ਰੈਮਾਨੈਂਟਸ ਜਿਹੜੇ ਨੇ ਉਹ ਪਏ ਨੇ ਖੁੱਲ੍ਹੇ ਦੇ ਵਿੱਚ। ਸੋ ਉੱਥੇ ਆ ਕੇ ਵਲਚਰਸ ਅਤੇ ਈਗਲਸ ਉਹਨੂੰ ਖਾਣਗੀਆਂ ਸਭ ਤੋਂ ਪਹਿਲਾਂ ਤਾਂ, ਠੀਕ ਹੈ। ਐਂਡ ਦੇ ਆਰ ਦੀ ਲਾਈਕ ਦੇ ਆਰ ਇਨ ਦਾ ਟਰਸ਼ਰੀ ਕੰਜ਼ਿਊਮਰਸ। ਉੱਥੋਂ ਵੀ ਆਉਣਗੀਆਂ, ਉਹਨਾਂ ਦੀ ਕੈਟਾਗਰੀ ਅਲੱਗ ਹੈ। ਦੇ ਆਰ ਕਾਲਡ ਐਜ਼ ਸਕਵੈਂਜਰਸ। ਦੇ ਆਰ ਨਾਟ ਦੀ ਪਾਰਟ ਆਫ ਦੀ ਫੂਡ ਚੇਨ, ਉਹ ਤਾਂ ਬਾਹਰੋਂ ਆ ਕੇ ਉਹਨਾਂ ਨੂੰ ਖਾਣਗੀਆਂ, ਠੀਕ ਹੈ। ਸੋ ਇੱਥੇ ਸਕਵੈਂਜਰਸ ਵੀ ਕੰਮ ਕਰੂਗੇ। ਐਂਡ ਇੱਥੇ ਨਾਲ ਹੀ ਜਦੋਂ ਸਕਵੈਂਜਰ ਉਹਨੂੰ ਖਾ ਲੈਣਗੇ, ਜਦੋਂ ਉਹਦੀ ਫਲੈਸ਼ ਖਾਧੀ ਜਾਊਗੀ ਸਾਰੀ, ਇੱਲਾਂ ਅਤੇ ਜਿਹੜੇ ਬਾਜ ਨੇ ਉਹ ਆ ਕੇ ਉਹਨੂੰ ਖਾ ਲੈਣਗੇ। ਉਹਨਾਂ ਤੋਂ ਬਾਅਦ ਬੱਚਿਓ ਫਿਰ ਮਾਈਕਰੋ ਕੰਜ਼ਿਊਮਰ ਆ ਜਾਣਗੇ, ਫਿਰ ਆਉਣਗੇ ਡੀਕੰਪੋਜ਼ਰ ਅਤੇ ਸੈਪਰੋਫਾਈਟਸ। ਸੋ ਇੱਥੇ ਡੀਕੰਪੋਜ਼ਰ ਆਉਣਗੇ ਜਦੋਂ ਸਭ ਕੁਝ ਖਾਧਾ ਗਿਆ, ਠੀਕ ਹੈ। ਫਿਰ ਉਹ ਇੰਨਾ ਕੁ ਜ਼ਿਆਦਾ ਉਹਨੂੰ ਖਾ ਲੈਣਗੇ ਕਿ ਸਿਰਫ ਹੱਡੀਆਂ ਬਚ ਜਾਣਗੀਆਂ। ਐਂਡ ਅਲਟੀਮੇਟਲੀ ਉਹ ਹੱਡੀਆਂ ਵੀ ਜਿਹੜੀਆਂ ਬਚੀਆਂ ਹੋਈਆਂ ਕੈਰਾਕੇਸਿਸ ਨੇ, ਉਹ ਵੀ ਹੌਲੀ ਹੌਲੀ ਸੋਇਲ ਦੇ ਵਿੱਚ ਮਿਕਸ ਹੋ ਜਾਣਗੀਆਂ, ਠੀਕ ਹੈ। ਐਂਡ ਉਹ ਜਿਹੜੀ ਮਿਕਸਿੰਗ ਆ, ਜਿਹੜੀ ਅਲਟੀਮੇਟ ਮਿਕਸਿੰਗ ਹੈ ਸਾਰੇ ਮਿਨਰਲਸ ਦੀ ਇਨਟੂ ਦੀ ਸੋਇਲ, ਦੈਟ ਇਜ਼ ਕਾਲਡ ਐਜ਼ ਮਿਨਰਲਾਈਜੇਸ਼ਨ। ਸੋ ਦਿਸ ਇਜ਼ ਅ ਵੈਰੀ ਵੈਰੀ ਇੰਪੋਰਟੈਂਟ ਕਨਸੈਪਟ। ਸੋ ਜਦੋਂ ਡੈਥ ਹੋ ਗਈ ਹੈ, ਰੈਮਨੈਂਟਸ ਦੇ ਉੱਤੇ ਸਕਵੈਂਜਰਸ ਨੇ ਐਕਟ ਕਰ ਲਿਆ, ਸਾਰੀ ਫਲੈਸ਼ ਖਾਧੀ ਗਈ, ਉਹ ਤੋਂ ਬਾਅਦ ਡੀਕੰਪੋਜ਼ਰ ਆ ਗਏ, ਅਲੱਗ ਅਲੱਗ ਟਾਈਪ ਦੇ ਬੈਕਟੀਰੀਆ ਫੰਜਾਈ ਉਹਦੇ ਉੱਤੇ ਪੈ ਜਾਣਗੀਆਂ।
ਉਹਨੂੰ ਖਾ ਲੈਣਗੀਆਂ। ਅਲਟੀਮੇਟਲੀ ਸਾਰੇ ਦੇ ਸਾਰੇ ਮਿਨਰਲ ਸੋਇਲ ਦੇ ਵਿੱਚ ਮਿਕਸ ਹੋ ਜਾਣਗੇ ਐਂਡ ਦੈਟ ਇਜ਼ ਕਾਲਡ ਐਜ਼ ਮਿਨਰਲਾਈਜੇਸ਼ਨ। ਮਿਨਰਲਾਈਜੇਸ਼ਨ ਨੂੰ ਬੱਚਿਓ ਹਿਊਮੀਫਿਕੇਸ਼ਨ ਵੀ ਕਹਿੰਦੇ ਆ। ਸੋ ਹਿਊਮੀਫਿਕੇਸ਼ਨ ਜਾਂ ਮਿਨਰਲਾਈਜੇਸ਼ਨ ਦਾ ਮਤਲਬ ਇਹੀ ਹੈ ਕਿ ਉਹ ਸੋਇਲ ਦੇ ਵਿੱਚ ਮਿਕਸ ਹੋ ਚੁੱਕੇ ਆ। ਸੋ ਬੱਚਿਓ ਵਿਦ ਦਿਸ ਵੀ ਵੀ ਆਰ ਕਵਰਿੰਗ ਦੀ ਬਾਇਓਟਿਕ ਥਿੰਗਸ। ਸੋ ਆਪਾਂ ਆਹ ਵਾਲਾ ਪਾਰਟ ਲਿਵਿੰਗ ਵਾਲਾ ਪਾਰਟ ਖਤਮ ਕੀਤਾ, ਜਿਹਦੇ ਵਿੱਚ ਆਪਾਂ ਪੜ੍ਹਿਆ ਕਿ ਦੋ ਟਾਈਪ ਦੇ ਹੋ ਸਕਦੇ ਆ, ਆਟੋ ਐਂਡ ਹਟੀਰੋ। ਆਟੋ ਨੂੰ ਪ੍ਰੋਡਿਊਸਰਸ ਕਹਿੰਦੇ ਆ, ਹਟੀਰੋ ਨੂੰ ਕੰਜ਼ਿਊਮਰ ਕਹਿੰਦੇ ਆ। ਸੋ ਜਿਹੜੇ ਕੰਜ਼ਿਊਮਰ ਸੀਗੇ ਉਹ ਅੱਗੇ ਦੇ ਕੈਨ ਬੀ ਮੈਕਰੋ ਕੰਜ਼ਿਊਮਰਸ, ਪ੍ਰਾਇਮਰੀ ਸੈਕੰਡਰੀ ਟਰਸ਼ਰੀ ਕੁਆਟਰਨਰੀ, ਔਰ ਦੇ ਕੈਨ ਬੀ ਮਾਈਕਰੋ ਕੰਜ਼ਿਊਮਰਸ ਜਿਹੜੇ ਕਿ ਡੀਕੰਪੋਜ਼ਰ ਅਤੇ ਸੈਪਰੋਫਾਈਟਸ ਆ। ਸੋ ਇਹਦੇ ਨਾਲ ਆਪਾਂ ਆਹ ਵਾਲਾ ਸਾਰਾ ਪਾਰਟ ਖਤਮ ਕਰ ਲਿਆ। ਹੁਣ ਕੀ ਰਹਿ ਗਿਆ? ਹੁਣ ਰਹਿ ਗਿਆ ਏਬਾਇਓਟਿਕ ਥਿੰਗਸ। ਸੋ ਇਹ ਆਪਣਾ ਨੈਕਸਟ ਪਾਰਟ ਹੈ ਬੱਚਿਓ। ਸੋ ਨਾਓ ਵੀ ਸਟਾਰਟ ਵਿਦ ਦੀ ਏਬਾਇਓਟਿਕ ਕੰਪੋਨੈਂਟਸ ਆਫ ਦੀ ਈਕੋਸਿਸਟਮ। ਨਾਓ ਏਬਾਇਓਟਿਕ, ਇਹ ਬੱਚਿਓ ਵਰਡ ਹੀ ਤੁਹਾਨੂੰ ਇਹ ਦੱਸਦਾ। ਏਬਾਇਓਟਿਕ ਦਾ ਮਤਲਬ ਕੀ ਹੈ? ਏ ਰੈਫਰੈਂਸ ਟੂ ਵੀ ਨਹੀਂ ਹੈਗਾ। ਕੀ ਨਹੀਂ ਹੈਗਾ? ਬਾਇਓਟਿਕ ਚੀਜ਼ ਨਹੀਂ ਹੈਗੀ। ਸੋ ਦਿਸ ਇਜ਼ ਨਾਟ ਲਿਵਿੰਗ। ਇਹਦਾ ਮਤਲਬ ਹੀ ਇਹ ਆ। ਸੋ ਜਿੱਦਾਂ ਆਪਾਂ ਪੜ੍ਹਦੇ ਹਾਂ ਏ ਮਾਈਟੋਸਿਸ, ਜਿੱਥੇ ਸਪਿੰਡਲ ਨਹੀਂ ਬਣਦੀ, ਦੈਟ ਇਜ਼ ਏ ਮਾਈਟੋਸਿਸ। ਸੋ ਇੱਦਾਂ ਹੀ ਏ ਬਾਇਓਟਿਕ, ਜਿੱਥੇ ਕੋਈ ਲਿਵਿੰਗ ਚੀਜ਼ ਨਹੀਂ ਹੈਗੀ। ਸੋ ਬੱਚਿਓ ਜਿਹੜੇ ਏ ਬਾਇਓਟਿਕ ਚੀਜ਼ਾਂ ਹੁੰਦੀਆਂ, ਇਹਨਾਂ ਦੇ ਵਿੱਚ 3 ਚੀਜ਼ਾਂ ਆ ਸਕਦੀਆਂ, ਜਿੱਦਾਂ ਇਨਆਰਗੈਨਿਕ ਸਬਸਟੈਂਸਿਸ। ਸੋ ਦਿਸ ਕੈਨ ਬੀ ਅ ਪਾਰਟ ਆਫ ਦੀ ਏਬਾਇਓਟਿਕ ਕੰਪੋਨੈਂਟਸ। ਉਸ ਤੋਂ ਬਾਅਦ ਆਉਂਦੇ ਨੇ organic substances. ਤੀਜੇ, they are called as the climatic factors. ਹੁਣ ਕਲਾਈਮੈਟਿਕ ਫੈਕਟਰਸ ਨੇ ਜਿਹੜੇ, ਉਹ ਬੱਚਿਓ ਬੜੇ ਹੋ ਸਕਦੇ ਨੇ। ਉਹ 'ਚ ਟੈਂਪਰੇਚਰ ਵੀ ਹੋ ਸਕਦਾ, ਉਹ 'ਚ ਲਾਈਟ ਹੋ ਸਕਦੀ ਆ, ਉਹਦੇ ਵਿੱਚ ਲਾਈਕ ਰੇਨਫਾਲ ਹੋ ਸਕਦੀ ਆ, ਵਿੰਡ ਪੈਟਰਨ ਹੋ ਸਕਦੇ ਨੇ, ਇਹਦੇ 'ਚ ਬੜਾ ਕੁਛ ਆਏਗਾ। ਐਂਡ ਇੱਕ ਚੌਥਾ ਪਾਰਟ ਹੁੰਦਾ ਬੱਚਿਓ, ਦਿਸ ਇਜ਼ ਕਾਲਡ ਐਜ਼ ਇਡੈਫਿਕ ਫੈਕਟਰਸ। ਜਿਹੜੇ ਇਡੈਫਿਕ ਫੈਕਟਰਸ ਹੁੰਦੇ ਨੇ, ਇਹ ਬੱਚਿਓ ਸੋਇਲ ਨਾਲ ਰਿਲੇਟਡ ਹੁੰਦੇ ਨੇ। ਐਂਡ ਇਡੈਫਿਕ ਫੈਕਟਰਸ ਨੂੰ ਕਲਾਈਮੈਟਿਕ ਫੈਕਟਰਸ ਤੋਂ ਅਲੱਗ ਰੱਖਿਆ ਗਿਆ। ਇਹਦਾ ਮਤਲਬ ਹੈ ਏਬਾਇਓਟਿਕ ਜਿਹੜਾ ਪਾਰਟ ਹੈਗਾ, ਉਹਦੇ ਅੰਦਰ ਵੀ ਕੈਨ ਹੈਵ ਇਨਆਰਗੈਨਿਕ ਸਬਸਟੈਂਸਿਸ, ਆਰਗੈਨਿਕ, ਕਲਾਈਮੈਟਿਕ ਫੈਕਟਰਸ ਐਂਡ ਇਡੈਫਿਕ ਫੈਕਟਰਸ। ਹੁਣ ਇਹ ਸਾਰੇ ਆਪਾਂ ਇੱਕ ਇੱਕ ਕਰਕੇ, ਚਾਹੇ ਉਹ ਬਾਇਓਟਿਕ ਚੀਜ਼ਾਂ ਸੀ, ਚਾਹੇ ਏਬਾਇਓਟਿਕ ਚੀਜ਼ਾਂ ਨੇ, ਇਹ ਸਭ ਨੂੰ ਆਪਾਂ ਇੱਕ ਇੱਕ ਕਰਕੇ ਪੜ੍ਹਾਂਗੇ। ਐਂਡ ਇੱਥੇ ਤੱਕ ਦਾ ਜੋ ਮੇਰਾ ਲੈਕਚਰ ਸੀਗਾ, ਦੈਟ ਵਾਜ਼ ਔਨ ਦੀ ਬੇਸਿਸ ਆਫ ਦੀ ਈਕੋਸਿਸਟਮ। ਸੋ these are the basic concepts in the ecosystem. ਹੁਣ ਨੈਕਸਟ ਲੈਕਚਰਸ ਦੇ ਵਿੱਚ ਆਪਾਂ ਇਹਨੂੰ ਹੀ ਅੱਗੇ ਥੋੜ੍ਹਾ ਜਿਹਾ ਜ਼ਿਆਦਾ ਇਲੈਬੋਰੇਟ ਕਰਕੇ ਪੜ੍ਹਾਂਗੇ।